एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद चक्र चहन अर वर्ण जात अर पात नहन जेहे रूप रंग अर रेख एक को कह न सकत केहे अचल मूरत अनभव प्रकाश अमतोज कहजै कोट इंद्र इंद्राण साहे साहान गड़जै तरे भवन महीप सुर नर असुर नेत नेत बन तृण कहत तब सर्ब नाम कथै कवन कर्म नाम वर्णत सुमत देखो भाई ज्ञान की आई आंधी सब उड़ाने भरम की टाटी रह न माया बांधी दुचिते की दोय थून गिरानी मोह बलेढ़ा टूटा तिसना छान परी धरे ऊपर दुर्मत भांडा फूटा आंधी पाछै जो जल बरखै तिह तेरा जन पीना कह कबीर मन भया प्रगासा उदय भान जब चीना कह कबीर मन भया प्रगासा उदय भान जब चीना माधो जल की प्यास न जाए जल मह अगन उठी अधकाए तू जल निध हो जल का मीन जल में रहो जल बिन खीन तू पिंजर हो सुवटा तोर जम मंजार कहाँ कर मोर तू तरवर हो पंखी आहे मंद भागी तेरो दर्शन नाहे तू सतगुर हो नौतन चेला कह कबीर मिल अंत की बेला हम अवगुण भरे एक गुण नाही अमृत छाड़ बिख बिख खाई माया मोह भरम पै भूले सुत दारा स्यों प्रीत एक उत्तम पंथ सुन्यो गुर संगत तेह मिलंत जम त्रास मिटाई एक अरदास पाठ कीरत की गुर रामदास राखो सरनाए सो कहो टल गुर सेविया अहनस सहज सुभाए दर्शन परस्य गुरु का जन्म मरण दुख जाए
ਸਿਫਤ ਖਸਮ ਦੀ ਨੂਰ ਅਰਸੋਂ ਕੁਰ ਸੋਹ ਝਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਸਾਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ। ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾ। ਹਾਉ ਜਾਏ ਪੁੱਛਾ ਆਪਣੇ ਸਤਿਗੁਰ ਗੁਰ ਪੁੱਛ ਮਨ ਮੁਗਧ ਸਮਝਾਵਾ। ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾ। ਹਾਉ ਜਾਏ ਪੁੱਛਾ ਆਪਣੇ ਸਤਿਗੁਰ ਗੁਰ ਪੁੱਛ ਮਨ ਮੁਗਧ ਸਮਝਾਵਾ। ਭੂਲਾ ਮਨ ਸਮਝੈ ਗੁਰ ਸਬਦੇ ਹਰ ਹਰ ਸਦਾ ਧਿਆਏ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ। ਹਾਉ ਸਭ ਵੇਸ ਕਰੀ ਪਿਰ ਕਾਰਣ ਜੇ ਹਰ ਪ੍ਰਭ ਸਾਚੇ ਭਾਵਾ। ਸੋ ਪਿਰ ਪਿਆਰਾ ਮੈਂ ਨਦਰ ਨ ਦੇਖੈ ਹਾਉ ਕਿਉ ਕਰ ਧੀਰਜ ਪਾਵਾ। ਜਿਸ ਕਾਰਣ ਹਾਉ ਸਿਗਾਰ ਸਿਗਾਰੇ ਸੋ ਪਿਰ ਰੱਤਾ ਮੇਰਾ ਅਵਰਾ। ਨਾਨਕ ਧਨ 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 ਸੁਹਾਗਣ ਜੈਨ ਪਿਰ ਰਾਵਿਆੜਾ ਸਚ ਸਵਰਾ। ਹਾਉ ਜਾਏ ਪੁੱਛਾ ਸੁਹਾਗ ਸੁਹਾਗਣ ਤੁਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ। ਮੈਂ ਉਪਰ ਨਦਰ ਕਰੀ ਪਿਰ ਸਾਚੈ ਮੈਂ ਛੋੜਿਆੜਾ ਮੇਰਾ ਤੇਰਾ। ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲਿਐ। ਆਪ ਨੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਐ। ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ ਤਿਸ ਮਨ ਤਨ ਆਪਣਾ ਦੇਵਾ। ਨਿਤ ਪੱਖਾ ਫੇਰੇ ਸੇਵ ਕਮਾਵਾ ਤਿਸ ਆਗੈ ਪਾਣੀ ਢੋਵਾ। ਨਿਤ ਨਿਤ ਸੇਵ ਕਰੀ ਹਰ ਜਨ ਕੇ ਜੋ ਹਰ ਹਰ ਕਥਾ ਸੁਣਾਏ। ਧਨ ਧਨ ਗੁਰੂ ਗੁਰ ਸਤਿਗੁਰ ਪੂਰਾ
ਨਾਨਕ ਮਨ ਆਸ ਪੂਜਾਏ, ਗੁਰ ਸੱਜਣ ਮੇਰਾ ਮੇਲ ਹਰੇ। ਜਿਤ ਮੇਲ ਹਰ ਨਾਮ ਧਿਆਵਾ, ਗੁਰ ਸਤਿਗੁਰ ਪਾਸੋਂ ਹਰ ਗੋਸ਼ਟ ਪੁੱਛਾਂ। ਕਰ ਸਾਂਝੇ ਹਰ ਗੁਣ ਗਾਵਾ, ਗੁਣ ਗਾਵਾ ਨਿਤ ਨਿਤ ਸਦ ਹਰ ਕੇ। ਮਨ ਜੀਵੈ ਨਾਮ ਸੁਣ ਤੇਰਾ, ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ। ਤਿਤ ਵੇਲੇ ਮਰ ਜਾਏ ਜੀਉ ਮੇਰਾ, ਹਰ ਵੇਖਣ ਕੋ ਸਭ ਕੋਈ ਲੋਚੈ। ਸੋ ਵੇਖੈ ਜਿਸ ਆਪ ਵੇਖਾਲੇ, ਜਿਸਨੋ ਨਦਰ ਕਰੇ ਮੇਰਾ ਪਿਆਰਾ। ਸੋ ਹਰ ਹਰ ਸਦਾ ਸੰਭਾਲੇ, ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ। ਜਿਸ ਸਤਿਗੁਰ ਪੂਰਾ ਮੇਰਾ ਮਿਲਿਆ, ਨਾਨਕ ਹਰ ਜਨ ਹਰ ਇੱਕੇ ਹੋਏ। ਹਰ ਜਪ ਹਰ ਸੇਤੀ ਰਲਿਆ, ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ। ਜਿਸ ਸਤਿਗੁਰ ਪੂਰਾ ਮੇਰਾ ਮਿਲਿਆ, ਨਾਨਕ ਹਰ ਜਨ ਹਰ ਇੱਕੇ ਹੋਏ। ਹਰ ਜਪ ਹਰ ਸੇਤੀ ਰਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਹਾਜ਼ਰਾਂ ਹਜ਼ੂਰ ਜਹਰਾਂ ਜਹੂਰ, ਸਰਬ ਕਲਾ ਭਰਪੂਰ। ਕਲਯੁਗੀ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਆਦਿ ਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮੇਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਵਿੱਚ ਮਿਲ ਕੇ ਇਕੱਤਰ ਹੋ ਕੇ ਪਰਮੇਸ਼ਰ ਦਾ ਭਜਨ ਕਰਨਾ, ਇਹ ਸਾਡੇ ਜੀਵਨ ਦਾ ਮੁੱਖ ਪ੍ਰਯੋਜਨ ਤੇ ਮਨੋਰਥ ਹੈ। ਜੇ ਸਾਨੂੰ ਆਪਣੇ ਜੀਵਨ ਦੇ ਪ੍ਰਯੋਜਨ ਦਾ ਹੀ ਬੋਧ ਨਹੀਂ ਹੈ, ਤਾਂ ਫਿਰ ਇਹ ਜੀਵਨ ਇਸ ਤਰ੍ਹਾਂ ਹੈ ਕਿ ਸਫ਼ਰ ਤੇ ਨਿਕਲੇ ਹਾਂ ਪਰ ਮੰਜ਼ਿਲ ਦਾ ਨਹੀਂ ਪਤਾ। ਫਿਰ ਉਹ ਸਫ਼ਰ ਦਾ ਥਕੇਵਾਂ ਹੀ ਪ੍ਰਾਪਤ ਹੋ ਰਿਹਾ ਹੈ, ਹਾਸਲ ਕੁਝ ਨਹੀਂ ਹੋ ਰਿਹਾ। ਮਨੁੱਖੀ ਜੀਵਨ ਦਾ ਪ੍ਰਯੋਜਨ ਕੀ ਹੈ, ਪਹਿਲਾਂ ਇਹ ਸਮਝਣ ਦੀ ਜ਼ਰੂਰਤ ਹੈ। ਫਿਰ ਉਸ ਪ੍ਰਯੋਜਨ ਨੂੰ ਸਿੱਧ ਕਿਵੇਂ ਕੀਤਾ ਜਾ ਸਕਦਾ ਹੈ, ਉਸ ਪ੍ਰਯੋਜਨ ਦੀ ਪ੍ਰਾਪਤੀ ਕਿਵੇਂ ਕੀਤੀ ਜਾ ਸਕਦੀ ਹੈ, ਉਹਦੇ ਲਈ ਕੀ ਯਤਨ ਕੀਤੇ ਜਾਣ, ਫਿਰ ਉਹ ਵਿਚਾਰਨ। ਪ੍ਰਯੋਜਨ ਦੀ ਸਿੱਧੀ ਲਈ ਜੋ ਯਤਨ ਕੀਤੇ ਜਾਂਦੇ ਨੇ ਜਾਂ ਜੋ ਕਰਮ ਕੀਤੇ ਜਾਂਦੇ ਨੇ, ਉਹਦਾ ਬੋਧ ਉਹ ਕਿੱਥੋਂ ਪ੍ਰਾਪਤ ਹੋਵੇਗਾ? ਉਹ ਗੁਰੂ ਕੀ ਸ਼ਰਨ ਚੋਂ ਆ ਕੇ ਪ੍ਰਾਪਤ ਹੋਵੇਗਾ। ਤੋ ਇਸ ਪ੍ਰਕਾਰ ਨਾਲ ਜਦੋਂ ਪ੍ਰਯੋਜਨ ਦਾ ਬੋਧ ਹੋ ਜਾਏ ਤੇ ਫਿਰ ਉਸ ਦੀ ਯਾਤਰਾ ਪ੍ਰਾਰੰਭ ਹੁੰਦੀ ਹੈ।
ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਆਪਣਾ ਪ੍ਰਯੋਜਨ ਸਮਝਣ ਲਈ ਆਉਂਦੇ ਆ, ਔਰ ਉਸ ਪ੍ਰਯੋਜਨ ਨੂੰ ਕਿਵੇਂ ਸਿੱਧ ਕੀਤਾ ਜਾਏ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਅੱਜ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਵਡਹੰਸ ਮਹੱਲਾ ਚੌਥਾ। ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਵਡਹੰਸ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਘਰ ਦੂਜੇ ਵਿੱਚ ਇਸ ਪਾਵਨ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਹੈ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਇਸ ਨਿਰੰਕਾਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਬਿਨਾਂ ਗੁਰੂ ਦੀ ਕਿਰਪਾ ਤੋਂ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦਾ ਸਾਖਸ਼ਾਤਕਾਰ ਨਹੀਂ ਹੁੰਦਾ। ਸਤਿਗੁਰੂ ਨੇ ਚਾਨਣਾ ਕਰਨਾ ਗਿਆਨ ਦਾ, ਉਸ ਗਿਆਨ ਦੇ ਚਾਨਣੇ ਵਿੱਚ ਸਾਨੂੰ ਸਾਡਾ ਨਿਜ ਸਰੂਪ ਨਜ਼ਰ ਆਉਣਾ। ਤੋ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਪਰਮੇਸ਼ਰ ਦੇ ਸਵਰੂਪ ਦਾ ਸਾਖਸ਼ਾਤਕਾਰ ਨਹੀਂ ਹੁੰਦਾ। ਤੋ ਗੁਰੂ ਸਾਹਿਬ ਜੀ ਤਰਸ ਕਰਨ, ਕਿਰਪਾ ਕਰਨ, ਤਦੇ ਪਰਮੇਸ਼ਰ ਦੇ ਸਰੂਪ ਵਿੱਚ ਅਭੇਦਤਾ ਹੁੰਦੀ ਹੈ। ਮੈਂ ਮਨ ਵੱਡੇ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾ। ਮੇਰੇ ਮਨ ਵਿੱਚ ਬੜੀ ਵੱਡੀ ਆਸ ਹੈ। ਵੱਡੀ ਆਸ, ਵੱਡੀ ਆਸ ਕਿਸ ਚੀਜ਼ ਦੀ ਹੈ? ਹੇ ਹਰੀ, ਸਭ ਤੋਂ ਵੱਡੀ ਆਸ ਇਹ ਹੈ ਕਿ ਮੈਨੂੰ ਤੇਰੇ ਦਰਸ਼ਨ ਕਿਵੇਂ ਹੋਣ। ਹਰੀ ਦਰਸ਼ਨਾਂ ਦੀ ਆਸ ਤੋਂ ਵੱਡੀ ਆਸ ਤਾਂ ਹੋ ਹੀ ਨਹੀਂ ਸਕਦੀ ਕੋਈ। ਔਰ ਇਹ ਆਸ ਇਤਨੀ ਸੰਜਮ ਦੇ ਵਿੱਚ ਚਲੀ ਜਾ ਸਕਦੀ ਹੈ, ਇਹ ਆਸ ਇਤਨੀ ਗਹਿਰੀ ਹੋ ਸਕਦੀ ਹੈ ਕਿ ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ, ਇੱਥੇ ਤੱਕ ਪਹੁੰਚ ਸਕਦੀ ਹੈ। इतनी गहरी, इतना उतावलापन हिरदे च पैदा हो सकता कि ਉਹਦੇ ਲਈ ਭਾਵੇਂ ਆਪਣਾ ਸਾਰਾ ਕੁਝ ਨਿਛਾਵਰ ਕਰਨਾ ਪੈ ਜਾਏ, ਪਰ ਹਰੀ ਦਰਸ਼ਨਾਂ ਦੀ ਆਸ, ਹੋਰ ਕੋਈ ਕਾਂਖਾ ਨਹੀਂ। ਤੋ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਆਸ ਸਭ ਤੋਂ ਵੱਡੀ ਆਸ ਹੈ। ਤੋ ਹੇ ਹਰੀ, ਮੇਰੇ ਮਨ ਵਿੱਚ ਇਹ ਵੱਡੀ ਆਸ ਹੈ, ਮੈਨੂੰ ਕਿਵੇਂ ਤੁਹਾਡੇ ਦਰਸ਼ਨ ਹੋਣ, ਕਿਵੇਂ ਦੀਦਾਰ ਹੋਣ। ਭਾਈ ਸੁਥਰੇ ਸ਼ਾਹ ਜੀ ਦਾ ਇੱਕ ਬਚਨ ਆਉਂਦਾ ਇਤਿਹਾਸ ਵਿੱਚ। ਇੱਕ ਵਾਰ ਕੋਈ ਖੇਡ ਵਰਤ ਗਈ, ਹੁਕਮ ਹੋ ਗਿਆ ਕਿ ਸੁਥਰੇ ਸ਼ਾਹ ਨਾ ਆਵੇ ਦਰਬਾਰ 'ਚ। ਕੁਝ ਸਮਾਂ ਬੀਤ ਗਿਆ, ਮਨ ਉਤਾਵਲਾ ਹੋਇਆ ਸਤਿਗੁਰਾਂ ਦੇ ਦਰਸ਼ਨਾਂ ਨੂੰ। ਕਿ ਸਾਹਿਬ ਦੇ ਦਰਸ਼ਨ ਕਿਵੇਂ ਹੋਣ। ਜਦੋਂ ਜਾਇਆ ਕਰੇ ਡਿਉੜੀ ਬਰਦਾਰ ਮੋੜਦੇ ਕਰਨ, ਹੁਕਮ ਹੈ ਤੈਨੂੰ ਨਹੀਂ ਅੰਦਰ ਜਾਣ ਦੇਣਾ, ਦੌੜ ਜਾ, ਤੂੰ ਜਾ ਕੇ ਸਤਿਗੁਰਾਂ ਨੂੰ ਤੰਗ ਕਰਨਾ।
ਐਸਾ ਤਾਂ ਹੋਇਆ ਸੀ ਕਿ ਸੁਥਰੇ ਸ਼ਾਹ ਨੂੰ ਰੋਜ਼ ਜੇਬ ਖਰਚ ਮਿਲਦੀ ਸੀ ਗੁਰੂ ਘਰੋਂ, ਉਹਦਾ ਉਹ ਲੰਗਰ ਲਾ ਦਿੰਦਾ ਸੀ। ਇੱਕ ਦਿਨ ਮਹਾਰਾਜ ਗੁਰੂ ਹਰਿਰਾਏ ਸਾਹਿਬ ਨੂੰ ਕਹਿਣ ਲੱਗਾ, ਮਹਾਰਾਜ ਮਹੀਨੇ ਦੇ ਇਕੱਠੇ ਦੇ ਛੱਡੋ ਪੈਸੇ, ਰੋਜ਼ ਰੋਜ਼ ਮੰਗਦਾ ਚੰਗਾ ਨਹੀਂ ਲੱਗਦਾ। ਮਹਾਰਾਜ ਜੀ ਨੇ ਹੁਕਮ ਕੀਤਾ ਖਜ਼ਾਨਚੀ ਨੂੰ ਮਹੀਨੇ ਦੇ ਇਕੱਠੇ ਦੇ ਦਿਓ। ਉਹ ਇੱਕੋ ਦਿਨ 'ਚ ਜਾ ਕੇ ਜੋ ਪੂੜੀਆਂ ਛੋਲੇ ਬਣਾ ਕੇ ਤੇ ਲੰਗਰ ਲਾ ਕੇ ਇੱਕੋ ਦਿਨ 'ਚ ਨਿਬੇੜ ਦਿੱਤੇ। ਅਗਲੇ ਦਿਨ ਫੇਰ ਆ ਗਿਆ, ਮਹਾਰਾਜ ਹੁਣ ਅਗਲੇ ਮਹੀਨੇ ਦੇ ਵੀ ਦੇ ਦਿਓ। ਸਤਿਗੁਰਾਂ ਅਗਲੇ ਮਹੀਨੇ ਦੇ ਵੀ ਦਵਾਤੇ। ਫਿਰ ਕਹਿੰਦਾ ਅਗਲੇ ਉਹ ਵੀ ਲੰਗਰ ਲਾ ਦਿੱਤਾ। ਫਿਰ ਕਹਿੰਦਾ ਮਹਾਰਾਜ ਸਾਲ ਦੇ ਇਕੱਠੇ ਦੇ ਦਿਓ। ਮਹਾਰਾਜ ਜੀ ਨੇ ਸਾਲ ਦੇ ਵੀ ਇਕੱਠੇ ਦੇ ਦਿੱਤੇ। ਜਦੋਂ ਫੇਰ ਆਉਣ ਲੱਗਾ, ਡਿਉੜੀ ਬਰਦਾਰਾਂ ਨੇ ਰੋਕ ਲਿਆ ਵੀ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ, ਤੂੰ ਇਹਨੂੰ ਜਾਣ ਨਾ ਦਿਆ ਕਰਨ ਅੰਦਰ। ਸਤਿਗੁਰਾਂ ਦੇ ਦਰਸ਼ਨਾਂ ਦੀ ਕਾਂਖਾ ਪਿਆਸ ਕਿਵੇਂ ਦਰਸ਼ਨ ਹੋਣ? ਪਹਿਰੇਦਾਰ ਅੰਦਰ ਨਹੀਂ ਜਾਣ ਦਿੰਦੇ, ਜਦੋਂ ਉਹਨਾਂ ਦਰਵਾਜ਼ੇ ਤੋਂ ਮੋੜ ਦਿੰਦੇ ਆ। ਇੱਕ ਦਿਨ ਕੁਝ ਠੀਕਰੀਆਂ ਤੇ ਮੋਟੀ ਮਿੱਟੀ ਹੁੰਦੀ ਹੈ ਨਾ ਦਾਣੇਦਾਰ, ਉਹ ਭਰ ਕੇ 2 ਬੋਰੀਆਂ ਲੈ ਕੇ ਆ ਗਿਆ। ਡਿਉੜੀ ਬਰਦਾਰਾਂ ਨੇ ਰੋਕਿਆ, ਅੱਜ ਫੇਰ ਆ ਗਿਆ ਤੂੰ? ਕਹਿੰਦਾ ਅੱਜ ਮੈਂ ਨਾ ਭੇਟਾ ਦੇਣ ਆਇਆ ਗੁਰੂ ਸਾਹਿਬ ਨੂੰ, ਵੀ ਇੱਕ ਬੋਰੀ 'ਚ ਸ਼ੱਕਰ ਹੈ ਤੇ ਇੱਕ ਦੇ ਵਿੱਚ ਨਾ ਸ਼ਰਫੀਆਂ ਨੇ ਸੋਨੇ ਦੀਆਂ, ਤੇ ਅੱਜ ਤਾਂ ਜਾਣ ਦਿਓ, ਅੱਜ ਲੈਣ ਨਹੀਂ ਆਇਆ, ਅੱਜ ਭੇਟਾ ਕਰਨਾ ਆ। ਤੇ ਪਹਿਰੇਦਾਰ ਕਹਿੰਦੇ ਫਿਰ ਸਾਨੂੰ ਕੀ ਦੇਗਾ, ਸਾਡੀ ਕਮਿਸ਼ਨ? ਉਹ ਕਹਿੰਦੇ ਜਿਹੜੀ ਅੰਦਰੋਂ ਮਹਾਰਾਜ ਜੀ ਕੋਲੋਂ ਮੈਨੂੰ ਭੇਟਾ ਮਿਲੇਗੀ ਨਾ ਬਦਲੇ 'ਚ, ਉਹ ਅੱਧੀ ਤੁਹਾਨੂੰ ਦੇ ਦਿਆਂਗਾ। ਲਾਲਚ ਬਸ ਹੋ ਗਏ, ਕਹਿੰਦੇ ਜਾ। ਅੱਗੇ ਖਾਸ ਜੋੜੀ ਤੇ ਫਿਰ ਖਲੋਤੇ ਪਹਿਰੇਦਾਰ, ਉਹਨਾਂ ਰੋਕ ਲਿਆ। ਹਾਂ ਬਈ, ਆ ਭੇਟਾ ਦੇਣ ਚੱਲਿਆ ਸਤਿਗੁਰਾਂ ਨੂੰ। ਤੇ ਸਾਨੂੰ ਕੀ ਦੇਗਾ ਫਿਰ? ਕਹਿੰਦੇ ਜੋ ਮੈਨੂੰ ਮਿਲੇਗਾ ਅੱਧਾ ਤੁਹਾਨੂੰ ਦੇ ਦਿਆਂਗਾ, ਜੋ ਗੁਰੂ ਸਾਹਿਬ ਮੈਨੂੰ ਖੁਸ਼ ਹੋ ਕੇ ਦੇਣਗੇ ਅੱਧਾ ਤੁਹਾਡਾ। ਉਹ ਬੋਰੀਆਂ ਲੈ ਕੇ ਦੋਵੇਂ ਤੇ ਸੁਥਰਾ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚਿਆ। ਪਹਿਲਾਂ ਮਹਾਰਾਜ ਜੀ ਨੂੰ ਮੱਥਾ ਨਹੀਂ ਟੇਕਿਆ, ਉਹਨਾਂ ਬੋਰੀਆਂ ਦੀ ਪਰਿਕਰਮਾ ਕਰੇ, ਉਹਨਾਂ ਨੂੰ ਮੱਥਾ ਟੇਕੇ। ਧੰਨੋ ਮਹਾਰਾਜ, ਧੰਨੋ। ਮਹਾਰਾਜ ਕਹਿਣ ਲੱਗੇ, ਸੁਥਰਿਆ ਕੀ ਕਰਦਾ? ਕਹਿੰਦਾ ਮਹਾਰਾਜ ਇਹਨਾਂ ਕਰਕੇ ਤੁਹਾਡੇ ਦਰਸ਼ਨ ਹੋਏ। ਜੇ ਆਹ ਬੋਰੀਆਂ ਨਾ ਹੁੰਦੀਆਂ ਤੇ ਦਰਸ਼ਨ ਨਾ ਹੁੰਦੇ। ਕੀ ਆ ਇਹਨਾਂ ਵਿੱਚ? ਮਹਾਰਾਜ ਹੈ ਤਾਂ ਠੀਕਰੀਆਂ ਤੇ ਮਿੱਟੀ, ਪਰ ਜੇ ਤੁਸੀਂ ਕਿਰਪਾ ਕਰੋ ਤੇ ਅਸ਼ਰਫੀਆਂ ਸ਼ੱਕਰ ਵੀ ਹੋ ਸਕਦੀਆਂ। ਜਦੋਂ ਖੋਲਿਆ ਤੇ ਵਾਕਈ ਇੱਕ ਬੋਰੀ 'ਚ ਸ਼ੱਕਰ ਤੇ ਦੂਜੇ 'ਚ ਅਸ਼ਰਫੀਆਂ ਸੋਨੇ ਦੀਆਂ। ਬਾਰੰਬਾਰ ਗੁਰੂਦੇਵ ਦੇ ਚਰਨਾਂ 'ਚ ਨਮਸਕਾਰ ਕਰੇ, ਸੁਥਰੇ ਦਾ ਮਨ ਨਾ ਰੱਜੇ ਦਰਸ਼ਨ ਕਰ ਕਰਕੇ। ਸਤਵੇਂ ਪਾਤਸ਼ਾਹ ਦੇ ਸਨਮੁਖ ਬੈਠਿਆਂ ਆਪਣੀਆਂ ਅੱਖਾਂ ਦੇ ਡੋਨਿਆਂ ਨਾਲ ਗੁਰੂਦੇਵ ਦੇ ਦਰਸ਼ਨਾਂ ਦਾ ਅੰਮ੍ਰਿਤ ਭਰ ਭਰ ਪੀ ਵੀ ਜਾਂਦਾ, ਪਰ ਮਨ ਨਹੀਂ ਰੱਜਦਾ। ਵਾਹਵਾ ਸਮਾਂ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ, ਬਚਨ ਬਿਲਾਸ ਕਰਕੇ ਕੋਲ ਬੈਠਾ ਰਿਹਾ ਤਾਂ ਮਹਾਰਾਜ ਜੀ ਕਹਿੰਦੇ, ਸੁਥਰਿਆ ਅੱਜ ਦੱਸ ਕੀ ਚਾਹੀਦਾ, ਮੰਗ। ਮਹਾਰਾਜ ਜੇ ਖੁਸ਼ ਹੋਏ ਹੋ ਤੇ 100 ਜੁੱਤੀਆਂ ਮਾਰੋ ਮੈਨੂੰ, 100 ਜੁੱਤੀਆਂ ਮਾਰੋ ਮਹਾਰਾਜ। ਮਹਾਰਾਜ ਕਹਿੰਦੇ, ਸੁਥਰਿਆ ਤੂੰ ਕੋਈ ਨਾ ਕੋਈ ਪੁੱਠੀ ਚੀਜ਼ ਹੀ ਮੰਗਦਾ ਕਰਦਾ, ਵੀ ਤੇਰਾ ਕੰਮ ਸਿੱਧਾ ਨਹੀਂ, ਤੈਨੂੰ ਆਉਂਦਾ ਕੋਈ? ਮਹਾਰਾਜ ਨਹੀਂ, ਮੈਂ ਕੰਮ ਹੀ ਇਹੋ ਜਿਹੇ ਕਰਦਾ, ਮੈਨੂੰ 100 ਜੁੱਤੀਆਂ ਮਾਰੋ ਬਸ, ਜੁੱਤੀ ਤੁਹਾਡੇ ਚਰਨਾਂ ਦੀ ਹੋਵੇ, ਇਹ ਕਿਰਪਾ ਕਰੋ। ਮਹਾਰਾਜ ਕਹਿੰਦੇ, ਚੰਗਾ ਭਾਈ, ਤੇਰੀ ਜੇ ਇੱਛਾ ਹੈ ਤਾਂ ਕੀ ਕਰ ਸਕਦੇ ਆ। ਸੇਵਾਦਾਰ ਆਏ, ਜੁੱਤੀ ਮਹਾਰਾਜ ਜੀ ਦੀ ਫੜੀ, ਤਿਆਰੀ ਕੀਤੀ ਮਾਰਨ ਦੀ। ਕਹਿੰਦਾ ਮਹਾਰਾਜ ਠਹਿਰ ਜੋ, ਇਹਦੇ ਕੁਝ ਹਿੱਸੇਦਾਰ ਨੇ।
ਉਹ ਦੋਨੇ ਡਿਉੜੀ ਬਰਦਾਰ, ਆਮ ਡਿਉੜੀ ਵਾਲੇ ਤੇ ਖਾਸ ਵਾਲੇ ਵੀ ਸੱਦ ਲਏ। ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਬਚਨ ਕੀਤਾ ਸੀ ਸਤਿਗੁਰੂ ਜੀ ਵੀ ਅੱਧਾ ਦੇਵਾਂਗਾ, ਅੱਧਾ ਤੁਹਾਨੂੰ, ਤੇ ਅੱਧਾ ਅੱਧਾ ਦੋਨਾਂ ਨੂੰ। ਮਹਾਰਾਜ 50-50 ਦੋਵਾਂ ਦੇ ਮਰਵਾ ਦਿਓ ਜਿਹੜੇ ਖੜੇ। ਇਹਨਾਂ ਦੇ ਕੰਮ ਨੇ ਜੁੱਤੀਆਂ ਖਾਣ ਵਾਲੇ, ਲਾਲਚੀ ਨੇ, ਗੁਰੂ ਸਾਹਿਬ ਦੇ ਦਰਵਾਜ਼ੇ ਤੇ ਖੜੇ ਤੇ ਲਾਲਚ ਬਸ ਹੋ ਕੇ ਕਮਿਸ਼ਨ ਲੈ ਕੇ ਅੰਦਰ ਜਾਣ ਦਿੰਦੇ ਆ ਦਰਸ਼ਨਾਂ ਨੂੰ। ਇਹਨਾਂ ਨੂੰ ਪਤਾ ਨਹੀਂ ਕਿ ਗੁਰੂ ਸਾਹਿਬ ਦੇ ਦਰਬਾਰ ਦੀ ਕੀ ਮਹਿਮਾ ਹੈ। ਇਹਨਾਂ ਨੂੰ ਇਹੀ ਪੈਣੀਆਂ ਚਾਹੀਦੀਆਂ ਮਹਾਰਾਜ। ਦਰਸ਼ਨਾਂ ਦੀ ਕਾਂਖਾ ਸੀ ਤੇ ਸੋਚਿਆ ਕਿਵੇਂ ਕਰਾਂ ਦਰਸ਼ਨ, ਤੇ ਵਿਧ ਬਣਾ ਲਈ, ਕਿਉਂ ਕਰ ਹਰ ਦਰਸ਼ਨ ਪਾਵਾਂ। ਮਹਾਰਾਜ ਮੈਂ ਕੀ ਕਰਾਂ ਕਿ ਮੈਨੂੰ ਤੁਹਾਡੇ ਦਰਸ਼ਨ ਪ੍ਰਾਪਤ ਹੋ ਜਾਣ। ਮੇਰੇ ਮਨ ਵਿੱਚ ਵੱਡੀ ਆਸ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਪਾਤਸ਼ਾਹ ਮੇਰਾ ਮਨ ਲੋਚਦਾ ਤੁਹਾਡੇ ਦਰਸ਼ਨਾਂ ਤਾਈ। ਕਿਵੇਂ ਆਪ ਜੀ ਦੇ ਦਰਸ਼ਨ ਹੋਣ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ, ਤਿਸ ਪੈ ਆਪ ਵਿਚਾਈ। ਦਰਸ਼ਨ ਹਰ ਦੇਖਣ ਕੈ ਤਾਈ। ਮਹਾਰਾਜ ਬਸ ਤੁਹਾਡੇ ਦਰਸ਼ਨਾਂ ਤਾਈ ਕਾਂਖਾ ਹੈ, ਹੋਰ ਕੋਈ ਇੱਛਾ ਨਹੀਂ। ਤੁਹਾਡੇ ਦੀਦਾਰ ਹੋ ਜਾਣ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਮਹਾਰਾਜ ਦਰਸ਼ਨ ਹੋ ਜਾਣ, ਆਪ ਜੀ ਦੇ ਦੀਦਾਰ ਹੋ ਜਾਣ, ਹੋਰ ਕੋਈ ਕਾਂਖਾ ਹੀ ਨਹੀਂ ਹੈ। ਦਰਸ਼ਨ ਹਰ ਦੇਖਣ ਕੈ ਤਾਈ, ਦਰਸ਼ਨ ਹਰ ਦੇਖਣ ਕੈ ਤਾਈ। ਦਰਸ਼ਨ ਹਰ ਦੇਖਣ ਕੈ ਤਾਈ, ਦਰਸ਼ਨ ਹਰ ਦੇਖਣ ਕੈ ਤਾਈ। ਹੋ ਤਿਸ ਪੈ ਆਪ ਵਿਚਾਈ, ਹੋ ਤਿਸ ਪੈ ਆਪ ਵਿਚਾਈ। ਹੋ ਤਿਸ ਪੈ ਆਪ ਵਿਚਾਈ, ਹੋ ਤਿਸ ਪੈ ਆਪ ਵਿਚਾਈ। ਹੋ ਤਿਸ ਪੈ ਆਪ ਵਿਚਾਈ, ਹੋ ਤਿਸ ਪੈ ਆਪ ਵਿਚਾਈ। ਹੋ ਤਿਸ ਪੈ ਆਪ ਵਿਚਾਈ, ਹੋ ਤਿਸ ਪੈ ਆਪ ਵਿਚਾਈ। ਕਿਉ ਕਰ ਹਰ ਦਰਸ਼ਨ ਪਾਵਾਂ। ਮਹਾਰਾਜ ਮੈਂ ਕੀ ਕਰਾਂ ਐਸਾ, ਕਿਵੇਂ ਮੈਨੂੰ ਆਪ ਜੀ ਦੇ ਦਰਸ਼ਨ ਹੋਣ। ਮੇਰੇ ਮਨ ਵਿੱਚ ਵੱਡੀ ਆਸ ਹੈ। ਆਓ ਜਾਏ ਪੁੱਛਾ ਆਪਣੇ ਸਤਿਗੁਰ, ਗੁਰ ਪੁੱਛੋ ਮਨ ਮੁਗਧ ਸਮਝਾਵਾ। ਮੈਂ ਆਪਣੇ ਸਤਿਗੁਰਾਂ ਨੂੰ ਜਾ ਕੇ ਪੁੱਛਦਾ। ਹੋ ਜਾਏ ਪੁੱਛਾਂ, ਮੈਂ ਜਾ ਕੇ ਪੁੱਛਦਾ ਆਪਣੇ ਸਤਿਗੁਰਾਂ ਨੂੰ। ਗੁਰ ਪੁੱਛ ਮਨ ਮੁਗਧ ਸਮਝਾਵਾ। ਗੁਰੂ ਪਾਤਸ਼ਾਹ ਨੂੰ ਪੁੱਛ ਕੇ ਨਾ ਮੈਂ ਆਪਣੇ ਮੂਰਖ ਮਨ ਨੂੰ ਸਮਝਾਉਣਾ। ਮੇਰਾ ਇਹ ਮੂਰਖ ਮਨ ਸਮਝ ਪਵੇ, ਇਹਨੂੰ ਸੋਝੀ ਆ ਜਾਵੇ। ਗੁਰਦੇਵ ਨੂੰ ਪੁੱਛ ਕੇ ਮੈਂ ਆਪਣੇ ਇਸ ਮੂਰਖ ਮਨ ਨੂੰ ਸਮਝਾਉਂਦਾ ਹਾਂ। ਭੂਲਾ ਮਨ ਸਮਝੈ ਗੁਰ ਸ਼ਬਦੇ, ਹਰ ਹਰ ਸਦਾ ਧਿਆਏ। ਮੇਰਾ ਇਹ ਭੁੱਲਿਆ ਹੋਇਆ ਮਨ ਸਤਿਗੁਰਾਂ ਦੇ ਸ਼ਬਦ ਦੁਆਰਾ ਸਮਝਦਾ ਹੈ। ਬਿਨਾਂ ਗੁਰ ਸ਼ਬਦ ਤੋਂ ਇਸ ਮਨ ਨੂੰ ਸਮਝ ਨਹੀਂ ਪੈਂਦੀ, ਸੋਝੀ ਨਹੀਂ ਪੈਂਦੀ। ਭੁੱਲਿਆ ਹੋਇਆ ਇਹ ਮਨ ਗੁਰ ਸ਼ਬਦ ਦੁਆਰਾ ਸਮਝਦਾ ਤੇ ਮੈਂ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹਾਂ। ਨਾਨਕ
ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਨੀ ਚਿਤ ਲਾਏ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਫਰਮਾਉਂਦੇ ਹਨ, ਜਿਨ੍ਹਾਂ ਨੂੰ ਮੇਰਾ ਪਿਆਰਾ ਸਾਹਿਬ ਨਦਰ ਕਰਦਾ, ਉਹੀ ਹਰੀ ਦੇ ਚਰਨਾਂ ਨਾਲ ਆਪਣਾ ਚਿੱਤ ਲਾਉਂਦੇ ਆ। ਸੋ ਹਰ ਚਰਣੀ ਚਿਤ ਲਾਏ, ਉਹੀ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਲਾਉਂਦੇ ਹਨ। ਆਓ ਸਭ ਵੇਸ ਕਰੇ ਪਿਰ ਕਾਰਣ, ਜੇ ਹਰ ਪ੍ਰਭ ਸਾਚੇ ਭਾਵਾ। ਮੈਂ ਹੇ ਪ੍ਰਭੂ ਜੀ, ਇਹ ਜਿੰਨੇ ਵੇਸ ਕਰਦੀਆਂ ਨਾ, ਇਹ ਜਿੰਨੇ ਕਰਮ ਕਰਦੇ ਹਾਂ ਅਸੀਂ ਮਹਾਰਾਜ ਤੁਹਾਡੇ ਲਈ ਕਰਦੇ। ਜੇ ਤੁਹਾਨੂੰ ਪਾਈਏ ਤਾਂ ਹੀ ਚੰਗੇ ਆ ਨਾ ਇਹ ਕਰਮ ਸਾਡੇ। ਇਸਤਰੀ ਦਾ ਸ਼ਿੰਗਾਰ ਆਪਣੇ ਪਤੀ ਦੀ ਪ੍ਰਸੰਨਤਾ ਲਈ ਹੁੰਦਾ ਹੈ, ਤੇ ਜੇ ਉਹਦਾ ਸ਼ਿੰਗਾਰ ਵੇਖ ਕੇ ਉਹਦਾ ਪਤੀ ਪ੍ਰਸੰਨ ਨਾ ਹੋਵੇ ਤਾਂ ਫਿਰ ਉਸ ਇਸਤਰੀ ਦੇ ਸ਼ਿੰਗਾਰ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ। ਲੋਕਾਂ ਦੇ ਵਿਖਾਉਣ ਨੂੰ ਨਹੀਂ ਹੁੰਦਾ, ਆਪਣੇ ਪਤੀ ਦੀ ਪ੍ਰਸੰਨਤਾ ਲਈ ਹੁੰਦਾ। ਤੇ ਜੇ ਪਤੀ ਨੂੰ ਭਾਵੇ ਹੀ ਨਾ ਤੇ ਫਿਰ ਉਹਦੇ ਉਸ ਸ਼ਿੰਗਾਰ ਦਾ ਕੋਈ ਮਾਇਨਾ ਨਹੀਂ, ਕੋਈ ਅਰਥ ਨਹੀਂ। ਮੇਰੇ ਜਿੰਨੇ ਸ਼ਿੰਗਾਰ ਨੇ, ਮੈਂ ਜੋ ਕਰਮ ਕਰਦਾ ਹਾਂ, ਮੈਂ ਜੋ ਵੇਸ ਰੱਖਦਾ ਹਾਂ, ਜੋ ਮੈਂ ਅੰਮ੍ਰਿਤ ਵੇਲੇ ਉੱਠਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ ਜਾਂ ਦਾਨ ਪੁੰਨ ਕਰਦਾ, ਮੈਂ ਜੋ ਵੀ ਕਰਮ ਕਰਦਾ ਮਹਾਰਾਜ ਇਸ ਲਈ ਕਰਦਾ ਕਿ ਤੁਹਾਨੂੰ ਪਾ ਜਾਵਾਂ। ਜੇ ਤੁਹਾਨੂੰ ਨਹੀਂ ਪਾਉਂਦਾ ਤਾਂ ਮੇਰੇ ਕਰਮ ਕਿਸੇ ਕੰਮ ਦੇ ਨਹੀਂ। ਇੱਕ ਨਿਹੰਗ ਸਿੰਘ ਸਨ, ਬੜੀ ਚੜ੍ਹਦੀ ਕਲਾ ਵਾਲੇ, ਬਾਬਾ ਪ੍ਰੀਤਮ ਸਿੰਘ ਉਹਨਾਂ ਦਾ ਨਾਂ ਸੀ। ਉਹ ਆਪਣੇ ਹੱਥਾਂ ਦੇ ਵਿੱਚ ਦੋਹਾਂ ਚ ਨਾ 15-15, 20-20 ਕੜੇ ਪਾ ਕੇ ਰੱਖਣੇ, ਤੋਂ ਕੜੇ ਖੜਕਦੇ ਰਹਿਣੇ ਉਹਨਾਂ ਦੇ। ਭਾਵਨਾ ਦੀ ਬਾਤ ਹੈ, ਮੈਂ ਇਹ ਦੱਸਣ ਲੱਗਾ। ਇਹ ਨਹੀਂ ਕਹਿ ਰਿਹਾ ਵੀ ਤੁਸੀਂ ਬਾਹਾਂ ਕੜਿਆਂ ਨਾਲ ਭਰ ਲਓ। ਭਾਵਨਾ ਸਭ ਦੀ ਵੱਖੋ ਵੱਖਰੀ ਹੁੰਦੀ। ਉਹਨਾਂ ਨੂੰ ਕਿਸੇ ਪੁੱਛਿਆ, ਬਾਬਾ ਜੀ ਸਾਰਾ ਦਿਨ ਖੜਕਾ ਜਾ ਕਰੀ ਜਾਂਦੇ ਹੋ, ਇਹਨੇ ਕੜੇ ਪਾਣ ਦਾ ਕੀ ਮਤਲਬ? ਕਹਿੰਦੇ ਮੈਂ ਸੁਣਿਆ ਵੀ ਸਾਹਿਬ ਇੱਕ ਕੜਾ ਹੱਥ 'ਚ ਪਾਇਆ ਹੋਵੇ ਖੁਸ਼ ਹੁੰਦੇ ਆ, ਮੈਂ ਜ਼ਿਆਦਾ ਪਾ ਲੈਣੇ ਵੀ ਜ਼ਿਆਦਾ ਖੁਸ਼ ਹੋ ਜਾਣਗੇ। ਭਾਵਨਾ। ਇਹਦਾ ਮਤਲਬ ਇਹ ਨਹੀਂ ਵੀ ਅਸੀਂ ਉਹ ਸੈਂਕੜੇ ਕੜੇ ਪਾ ਲੈਣੇ ਆ, ਪਰ ਭਾਵਨਾ ਵੇਖੋ ਹਰ ਇੱਕ ਦੀ ਵੱਖੋ ਵੱਖਰੀ। ਵੀ ਮੈਂ ਇਹ ਤਾਂ ਕਰਦਾ ਵੀ ਮੇਰੇ ਗੁਰੂ ਨੂੰ ਭਾ ਜਾਏ। ਮੈਨੂੰ ਨਹੀਂ ਪਤਾ ਦੁਨੀਆ ਨੂੰ ਇਹ ਕੰਮ ਚੰਗਾ ਲੱਗਦਾ ਕਿ ਨਹੀਂ ਲੱਗਦਾ, ਲੋਕ ਕੀ ਆਖਦੇ ਆ, ਦੁਨੀਆ ਕੀ ਕਹਿੰਦੀ ਆ, ਮੈਨੂੰ ਪਰਵਾਹ ਵੀ ਕੋਈ ਨਹੀਂ। ਮੇਰੇ ਗੁਰੂ ਨੂੰ ਭਾਉਂਦਾ ਮੈਂ ਕੇਸਾ ਧਾਰੀ ਹੋਵਾਂ, ਮੇਰੇ ਗੁਰੂ ਨੂੰ ਭਾਉਂਦਾ ਮੈਂ ਖੰਡੇ ਦੀ ਪੌਲ ਛਕਾਂ ਤੇ ਛਕਣੀ, ਮੇਰੇ ਗੁਰੂ ਨੂੰ ਭਾਉਂਦਾ ਮੈਂ ਇਹ ਕੰਮ ਕਰਾਂ। ਦੁਨੀਆ ਕੀ ਆਖਦੀ ਹੈ, ਲੋਕ ਕੀ ਆਖਦੇ ਨੇ, ਇਹਦੇ ਵਾਸਤੇ ਮੇਰੇ ਮਨ 'ਚ ਮੈਂ ਇਹ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ। ਦੁਨੀਆ ਬਹੁ ਰੰਗੀ ਹੈ, ਇਹ ਨਾ ਠੰਡੇ ਮਾਣ ਨਾ ਤੱਤੇ ਮਾਣ। ਇਹਨਾਂ ਨੂੰ ਖੁਸ਼ ਕਰਨ ਲੱਗੀਏ, ਦੁਨੀਆ ਨੂੰ ਖੁਸ਼ ਕਰਨ ਲੱਗੀਏ, ਇੱਕ ਨੂੰ ਖੁਸ਼ ਕਰੋ 10 ਰੁੱਸ ਜਾਂਦੇ ਆ, 10 ਨੂੰ ਖੁਸ਼ ਕਰੋ 50 ਰੁੱਸ ਜਾਂਦੇ ਆ। ਕਿਹਨੂੰ ਕਿਹਨੂੰ ਮਨਾਉਂਦੇ ਫਿਰੀਏ, ਕਿਹਨੂੰ ਕਿਹਨੂੰ ਮਨਾਉਂਦੇ ਫਿਰੀਏ। ਬਹੁਤਾ ਬੋਲਾਂ ਤੇ ਕਹਿੰਦੇ ਬੜਬੜ ਕਰਦਾ, ਚੁੱਪ ਰਵਾਂ ਤੇ ਕਹਿੰਦੇ ਘੱਟ ਮਾਤਾ ਇਹਨੂੰ ਬੋਲਣਾ ਨਹੀਂ ਆਉਂਦਾ, ਤੁਰਨ ਫਿਰਨ ਲੱਗ ਪਵਾਂ ਤੇ ਕਹਿੰਦੇ ਕੁੱਤਿਆਂ ਵਾਂਗੂ ਫਿਰਦਾ, ਟਿਕਦਾ ਨਹੀਂ ਘਰ 'ਚ। ਜੇ ਬਹਿ ਜਾ ਘਰ ਵਿੱਚ ਤਾਂ ਕਹਿੰਦੇ ਭੋਲਾ ਹੈ, ਕੋਈ ਤੁਰਿਆ ਫਿਰਿਆ ਕਰੋ ਬਾਹਰ, ਕੋਈ ਦੁਨੀਆਦਾਰੀ ਵੇਖਿਆ ਕਰ। ਜੇ ਵੇਖਣ ਲੱਗ ਪਵਾਂ ਤਾਂ ਮਾੜਾ, ਜੇ ਘਰ ਬਵਾਂ ਤਾਂ ਮਾੜਾ। ਚੰਗਾ ਖਾਣ ਲੱਗ ਪਵਾਂ ਤੇ ਕਹਿੰਦੇ ਖਾਂਦਾ ਹੀ ਬੜਾ, ਨਾ ਖਾਵਾਂ ਤੇ ਕਹਿੰਦੇ ਉਹ ਕੁਝ ਖਾਇਆ ਪੀਆ ਕਰ। ਕਦੇ ਹੁੰਦੀ ਆ ਖੁਸ਼ ਦੁਨੀਆ? ਨਹੀਂ ਹੁੰਦੀ। ਇਸ ਕਰਕੇ ਕਿਹਨੂੰ ਕਿਹਨੂੰ ਖੁਸ਼ ਕਰਾਂਗੇ? ਗੁਰੂ ਖੁਸ਼ ਹੋ ਜਾਏ ਸਾਰੇ ਖੁਸ਼ ਹੋ ਜਾਣਗੇ, ਗੁਰੂ ਦੀ ਸਵੱਲੀ ਨਜ਼ਰ ਹੋ ਜਾਏ ਬਸ।
ਇਹ ਦੁਨੀਆ ਨਹੀਂ, ਦੁਨੀਆ ਨੇ ਤਾਂ ਬੜੇ ਬੜੇ ਰੰਗ ਵਿਖਾਉਣੇ ਵਾਲੇ, ਬੜੇ ਬੜੇ ਵੇਖ ਲਏ ਨੇ। ਹਾਲੇ ਆਉਣ ਵਾਲੇ ਸਮੇਂ 'ਚ ਦੁਨੀਆ ਬੜੇ ਬੜੇ ਰੰਗ ਵਿਖਾਏਗੀ। ਹਾਲੇ ਤਾਂ ਕੁਝ ਵੀ ਨਹੀਂ, ਹਾਲੇ ਤਾਂ ਕਲਯੁਗ ਕਹਿੰਦੇ ਜਵਾਨੀ ਵਾਲੇ ਪਾਸੇ ਆ ਰਿਹਾ। ਹਾਲੇ ਤਾਂ ਪਤਾ ਨਹੀਂ ਕੀ ਕੀ ਹੋਣਾ ਅੱਗੇ। ਦਇਆ ਕਰੇ ਪਰਮੇਸ਼ਰ ਸਾਨੂੰ ਨਾ ਵੇਖਣਾ ਪਏ ਸਾਰਾ ਕੁਝ ਜੋ ਵਰਤਾਰਾ ਵਰਤਣਾ। ਜਿੱਥੇ ਧਰਮੀ ਲੋਕਾਂ ਦੀ ਬਦਖੋਈ ਹੋਣ ਲੱਗ ਪਈ ਹੈ, ਅੱਜ ਅਧਰਮੀਆਂ ਦਾ ਸਤਿਕਾਰ ਹੁੰਦਾ, ਧਰਮੀਆਂ ਦੀ ਬਦਖੋਈ ਹੁੰਦੀ ਹੈ। ਆਹ ਸਮਾਜ ਆ ਸਾਡਾ, ਕਿੱਥੇ ਕੋਝਾ ਸਮਾਜ ਸਿਰਜਿਆ ਜਾ ਰਿਹਾ ਹੈ। ਕੈਸਾ ਸਮਾਜ ਸਿਰਜਿਆ ਸੀ ਔਰ ਕਿਹੋ ਜਿਹਾ ਬਣ ਗਿਆ ਇਹ ਸਮਾਜ। ਜਿੱਥੇ ਧਰਮੀਆਂ ਦੀ ਨਿੰਦਾ ਹੁੰਦੀ ਆ, ਅਧਰਮੀਆਂ ਦਾ ਜੈ ਜੈਕਾਰ ਹੋ ਰਿਹਾ ਹੈ। ਧਰਮੀਆਂ ਨੂੰ ਫੜ ਫੜ ਕੇ ਰਸਤੇ ਵਿੱਚ ਲੋਕ ਉਹਨਾਂ ਦਾ ਮਖੌਲ ਉਡਾ ਰਹੇ ਹੈ, ਉਹਨਾਂ ਦਾ ਮਖੌਲ ਉਡਾਉਂਦੇ ਹੈ। ਔਰ ਅਧਰਮੀਆਂ ਨੂੰ ਪੂਜਿਆ ਜਾ ਰਿਹਾ ਹੈ, ਸਤਿਕਾਰਿਆ ਜਾ ਰਿਹਾ ਹੈ। ਇਹ ਕਲੀ ਕਾਲ ਦੇ ਵਰਤਾਰੇ ਨੇ। ਰਾਤੇ ਕੀ ਨਿੰਦਾ ਕਰੈ, ਰੰਗਿਆਂ ਹੋਇਆਂ ਦੀ ਨਿੰਦਾ ਹੁੰਦੀ ਹੈ ਇੱਥੇ। ਰਾਤੇ ਕੀ ਨਿੰਦਾ ਕਰੈ ਐਸਾ ਕੱਲ ਮੈਂ ਡੀਠਾ। ਜਦੋਂ ਸਾਡੇ ਸਮਾਜ ਵਿੱਚ ਧਰਮੀਆਂ ਨੂੰ ਭ੍ਰਸ਼ਟ ਕਿਹਾ ਜਾਵੇ, ਧਰਮੀਆਂ ਨੂੰ ਕਿਹਾ ਜਾਏ ਵੀ ਇਹ ਡਿੱਗ ਗਏ ਨੇ ਆਚਰਣ ਤੋਂ, ਤੇ ਆ ਧਰਮੀਆਂ ਦਾ ਬੋਲ ਬਾਲਾ ਹੁੰਦਾ ਹੋਵੇ, ਫਿਰ ਉਹ ਸਮਾਜ ਗਰਕ ਹੀ ਹੋ ਰਿਹਾ, ਉਹ ਤਰੱਕੀ ਵੱਲ ਨਹੀਂ ਜਾ ਰਿਹਾ। ਠੀਕ ਆ, ਧਰਮ ਦੇ ਲਿਬਾਸ 'ਚ ਕੁਝ ਪਖੰਡੀ ਹੋ ਸਕਦੇ ਹੈ, ਪਰ ਸਾਰਿਆਂ ਨੂੰ ਇੱਕੋ ਛਾਬੇ 'ਚ ਪਾ ਕੇ ਨਹੀਂ ਤੋਲਣਾ ਚਾਹੀਦਾ। ਕਹਿੰਦੇ ਜੀ ਅੰਮ੍ਰਿਤਧਾਰੀ ਵੇਖੋ ਜੀ, ਅੰਮ੍ਰਿਤਧਾਰੀ ਹੋ ਕੇ ਇਹੋ ਜਿਹੇ ਕੰਮ ਕਰਦੇ, ਅਸੀਂ ਇਸ ਕਰਕੇ ਨਹੀਂ ਅੰਮ੍ਰਿਤ ਛਕਦੇ। ਪਿੱਛੇ ਜੀ ਕੁਝ ਮਸਲੇ ਸਨ ਇਹੋ ਜਿਹੇ, ਕਿਤੇ ਗਏ, ਕਹਿੰਦੇ ਜੀ ਅੰਮ੍ਰਿਤਧਾਰੀ ਇਹੋ ਜਿਹਾ ਕੰਮ ਕਰਦੇ ਐ ਤੇ ਅਸੀਂ ਇਸੇ ਕਰਕੇ ਨਹੀਂ ਛਕਦੇ। ਤੁਸੀਂ ਛੱਕ ਕੇ ਕਰ ਲਓ ਚੱਜ ਦੇ ਕੰਮ, ਜੋ ਨਹੀਂ ਕਰਦੇ ਤਾਂ ਤੁਸੀਂ ਮਿਸਾਲ ਬਣ ਜਾਓ। ਬਹਾਨੇ ਵੇਖੋ ਲੋਕਾਂ ਦੇ ਕਿਹੋ ਜਿਹੇ, ਵੀ ਤੁਹਾਨੂੰ ਕੇਵਲ ਉਹੀ ਅੰਮ੍ਰਿਤਧਾਰੀ ਦਿਸਦੇ ਆ ਜਿਹੜੇ ਮਾੜੇ ਨੇ, ਚੰਗੇ ਨਹੀਂ ਦਿਸਦੇ, ਨਿਤਨੇਮੀ ਭਜਨੀਕ ਨਹੀਂ ਨਜ਼ਰ ਆਉਂਦੇ, ਬਾਣੀ ਪੜਨ ਵਾਲੇ ਨਹੀਂ ਦਿਸਦੇ ਤੁਹਾਨੂੰ ਉਹ ਦਿਸਦੇ ਆ ਜਿਹੜੇ ਕਿਰਪਾਨ ਪਾ ਕੇ ਸ਼ਰਾਬ ਪੀਂਦੇ, ਬਸ ਉਹ ਤਾਂ ਦਿਸ ਗਏ ਤੁਹਾਨੂੰ। ਜਿਹੜੇ ਗਾਤਰੇ ਕਿਰਪਾਨ ਪਾ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਾਧਨਾ ਕਰਦੇ ਆ, ਗੁਰਬਾਣੀ ਦੇ ਰੰਗ ਵਿੱਚ ਰੰਗੇ ਹੋਏ, ਆਪਣਾ ਆਪ ਮੁਕਤ ਕਰਕੇ ਹੋਰਨਾਂ ਨੂੰ ਮੁਕਤ ਕਰਨ ਦੀ ਸਮਰੱਥਾ ਰੱਖਦੇ, ਉਹ ਨਹੀਂ ਦਿਸਦੇ। ਬਹਾਨੇ ਨੇ ਲੋਕਾਂ ਦੇ, ਕਿ ਸਾਨੂੰ ਨਾ ਕਰਨਾ ਪਵੇ ਕੰਮ। ਤੋ ਇਸ ਕਰਕੇ ਭਾਈ ਇਹ ਕਲਯੁਗ ਦਾ ਵਰਤਾਰਾ ਹੈ। ਦੁਨੀਆ ਕੀ ਕਹਿੰਦੀ ਹੈ, ਸੰਸਾਰ ਕੀ ਆਖਦਾ ਹੈ, ਇਹਦੀ ਪਰਵਾਹ ਨਹੀਂ ਕਰਨੀ। ਮੇਰੇ ਸਾਹਿਬ ਜੀ ਪ੍ਰਸੰਨ ਹੁੰਦੇ ਆ, ਖੁਸ਼ ਹੁੰਦੇ ਆ ਜੇ ਮੈਂ ਇਹ ਕੰਮ ਕਰਾਂ, ਮੇਰਾ ਗੁਰੂ ਖੁਸ਼ ਹੁੰਦਾ। ਤਾਂ ਫਿਰ ਗੁਰੂ ਕੀ ਖੁਸ਼ੀ ਦੀ ਪਾਤਰਤਾ ਬਣਾਉਣ ਵਾਸਤੇ ਹੀ ਆਪਣੇ ਆਪ ਨੂੰ ਸક્ષਮ ਕਰਨਾ ਚਾਹੀਏ। ਹਾਂਜੀ। ਸੋ ਪਿਰ ਪਿਆਰਾ ਮੈਂ ਨਦਰ ਨ ਦੇਖੈ, ਹਉ ਕਿਉ ਕਰ ਧੀਰਜ ਪਾਵਾ। ਮੈਨੂੰ ਮੇਰਾ ਪਿਆਰਾ, ਜਿਹਦੇ ਲਈ ਮੈਂ ਕਰਮ ਕਰਦਾ, ਜਿਹਦੇ ਲਈ ਮੈਂ ਉਪਾਅ ਕਰਦਾ, ਜਿਹਦੇ ਲਈ ਮੈਂ ਇਹ ਸ਼ਿੰਗਾਰ ਬਣਾਉਣਾ, ਜਿਹਦੇ ਲਈ ਮੈਂ ਵੇਸ ਕਰਦਾ, ਉਹ ਪਿਆਰਾ ਮੇਰੇ ਵੱਲ ਵੇਖਦਾ ਤੱਕ ਵੀ ਨਹੀਂ, ਤੇ ਮੈਨੂੰ ਧੀਰਜ ਕਿਵੇਂ ਮਿਲੇ। ਜੋ ਜਿਹਦੇ ਆਪਾਂ ਕਹਿੰਦੇ ਜਿਹਦੇ ਲਈ ਮੈਂ ਇੰਨਾ ਕੰਮ ਕੀਤਾ, ਜਿਹਦੇ ਲਈ ਮੈਂ ਇੰਨਾ ਤਾਮ ਝਾਮ ਕੀਤਾ, ਤੇ ਉਹ ਵੇਖੇ ਵੀ ਨਾ ਸਾਡੇ ਵੱਲ, ਮਨ ਮਾਯੂਸ ਹੋਵੇਗਾ ਨਾ। ਸਜਣਾ ਮੈਂ ਤੇਰੇ ਲਈ ਘਰ ਪਕੌੜੇ ਕੱਢ ਕੇ ਰੱਖੇ, ਮੈਂ ਤੇਰੇ ਲਈ ਘਰ ਵਿੱਚ ਸੋਹਣਾ ਮਾਹੌਲ ਬਣਾਇਆ, ਸੋਹਣੇ ਬਿਸਤਰੇ ਵਿਛਾਏ, ਚਾਦਰਾਂ ਵਿਛਾਈਆਂ, ਤੇਰੇ ਲਈ ਖਾਣ ਨੂੰ ਮਠਿਆਈਆਂ ਲਿਆ ਕੇ ਰੱਖੀਆਂ, ਤੇ ਤੂੰ ਆਇਆ ਹੀ ਨਾ, ਤੂੰ ਆਇਆ ਹੀ ਨਾ ਬਈ। ਫਿਰ ਉਦਾਸੀ ਆਉਂਦੀ ਹੈ ਨਾ ਮਨ 'ਚ, ਵੀ ਜਿਸ ਲਈ ਇੰਨੀ ਤਿਆਰੀ ਕੀਤੀ ਤੇ ਉਹ ਵੇਖੇ ਵੀ ਨਾ, ਉਹ ਨਜ਼ਰ ਵੀ ਨਾ ਕਰੇ, ਤੇ ਫਿਰ ਕਿਵੇਂ ਧੀਰਜ ਪਾਵਾਂ ਮੈਂ। ਹੇ ਪ੍ਰਭੂ, ਤੇਰੇ ਲਈ ਮੈਂ ਸ਼ਿੰਗਾਰ ਸ਼ਿੰਗਾਰੇ, ਤੇਰੇ ਲਈ ਮੈਂ ਸੇਜਾ ਵਿਛਾਈ, ਤੇਰੇ ਲਈ ਐਨ ਸੋਹਣੀ ਤਲਾਈ, ਸੋਹਣਾ ਸਰਾਣਾ, ਪ੍ਰੇਮ ਦਾ, ਪ੍ਰੇਮ ਦੀ ਤੁਲਾਈ, ਭਗਤੀ ਦਾ ਮੰਜਾ,
ਸਮਦਾਮ ਆਦਿਕ ਸ਼ੁਭ ਗੁਣਾਂ ਦੇ ਪਾਵੇ ਲੱਗੇ ਹੋਏ ਉਹਨੂੰ। ਇਹੋ ਜਿਹਾ ਸੋਹਣਾ ਪਲਗਾ ਵਿਛਾਇਆ ਵੀ ਮੇਰਾ ਸੁਆਮੀ ਆਵੇ, ਤੇ ਤੂੰ ਆਇਆ ਹੀ ਨਾ ਮੇਰੇ ਸੁਆਮੀ। ਕਿਉਂ ਨਾ ਆਇਆ? ਤੇ ਜੇ ਨਹੀਂ ਆਇਆ ਤੇ ਮੈਨੂੰ ਹੁਣ ਧੀਰਜ ਕਿਵੇਂ ਮਿਲੇ? ਮੈਂ ਕਿਵੇਂ ਧੀਰਜ ਪਾਵਾਂ? ਆਖਿਆ ਤੇਰੇ ਸ਼ਿੰਗਾਰ ਕਰਨ ਦੇ ਵਿੱਚ ਸ਼ਾਇਦ ਕੋਈ ਕਮੀ ਰਹਿ ਗਈ, ਤੇਰੀ ਤਿਆਰੀ 'ਚ ਕੋਈ ਕਮੀ ਰਹਿ ਗਈ। ਅਗਲੇ ਦਿਨ ਉੱਠ ਫਿਰ ਤਿਆਰੀ ਕਰ, ਲੱਗਾ ਰਹੋ। ਨਹੀਂ ਆਇਆ ਤੇ ਫਿਰ ਅਗਲੇ ਦਿਨ, ਕਿਉਂਕਿ ਹੋ ਸਕਦਾ ਫਿਰ ਵੀ ਕੋਈ ਕਮੀ ਤੇਰੇ ਕੋਲ ਹੀ ਰਹਿ ਗਈ ਹੋਵੇ, ਫਿਰ ਸ਼ਿੰਗਾਰ ਕਰ, ਫਿਰ ਬਣਾ ਮੰਜਾ, ਫਿਰ ਸੋਹਣੀਆਂ ਸੇਜਾਂ ਵਿਛਾ, ਫਿਰ ਉਡੀਕ, ਫਿਰ ਘਰ ਦੀ ਸਾਫ਼ ਸਫਾਈ ਕਰ ਵੀ ਸ਼ਾਇਦ ਕੋਈ ਅੰਦਰ ਕੂੜਾ ਕਰਕਟ ਰਹਿ ਗਿਆ, ਹਾਲੇ ਸ਼ਾਇਦ ਕੋਈ ਅੰਦਰ ਗੰਦਗੀ ਭਰੀ ਹੋਈ ਹੈ, ਉਹ ਨਿਕਲ ਜਾਏ। ਤੇ ਜੇ ਫਿਰ ਵੀ ਨਾ ਆਵੇ ਤੇ ਫਿਰ ਸਮਝ ਲਈ ਹਾਲੇ ਵੀ ਕੋਈ ਕਮੀ ਹੈ। ਉਹਦੇ 'ਚ ਕੋਈ ਕਮੀ ਨਹੀਂ ਆਉਣ ਦੇ, ਤੇਰੇ ਅੰਦਰ ਤੇਰੀ ਤਿਆਰੀ ਵਿੱਚ ਹੀ ਕੋਈ ਕਮੀ ਹੋ ਸਕਦੀ ਹੈ। ਹਾਂਜੀ, ਜਿਸ ਕਾਰਨ ਹਉ ਸਿਗਾਰ ਸਿਗਾਰੇ, ਸੋ ਫਿਰ ਰਤਾ ਮੇਰਾ ਅਵਰਾ। ਮੈਨੂੰ ਫਿਰ ਪਤਾ ਲੱਗਾ ਵੀ ਕਿਉਂ ਨਹੀਂ ਆਇਆ। ਮਹਾਰਾਜ ਕਹਿੰਦੇ ਮੈਨੂੰ ਪਤਾ ਲੱਗਾ ਵੀ ਕਿਉਂ ਨਹੀਂ ਆਇਆ। ਕਹਿੰਦੇ ਜਿਸ ਲਈ ਮੈਂ ਸ਼ਿੰਗਾਰ ਕੀਤਾ ਸੀ, ਜਿਸ ਲਈ ਮੈਂ ਇਹ ਵੇਸ ਬਣਾਏ ਸਨ, ਮੇਰਾ ਉਹ ਪਤੀ ਤਾਂ ਕਿਸੇ ਦੂਜੇ ਦੇ ਰੰਗ ਵਿੱਚ ਰੰਗਿਆ ਹੋਇਆ, ਮੇਰੇ ਵੱਲ ਕਿੱਥੇ ਆਉਣਾ ਸੀ ਉਹਨੇ? ਮੇਰੇ ਘਰੇ ਕਿੱਥੇ ਆਉਣਾ ਸੀ? ਉਹ ਤਾਂ ਹੋਰਾਂ ਵਿੱਚ, ਹੋਰ ਕਿਹੜੇ ਜਿਹੜੇ ਰੱਬ ਦੇ ਪਿਆਰੇ ਮਹਾਂਪੁਰਸ਼ ਸਾਧੂ, ਉਹ ਤਾਂ ਉਹਨਾਂ ਵਿੱਚ ਰੰਗਿਆ ਹੋਇਆ ਸੀ, ਤੇ ਮੈਂ ਉਹਨਾਂ ਵਰਗਾ ਸੀਗਾ ਨਹੀਂ। ਉਹਨਾਂ ਵਰਗਾ ਹੁੰਦਾ ਤੇ ਉਹ ਮੇਰੇ ਕੋਲ ਵੀ ਆ ਜਾਂਦਾ। ਕਹਿੰਦੇ ਆਹ ਕਾਰਨ ਹੈ ਵੀ ਉਹ ਇਸ ਕਰਕੇ ਨਹੀਂ ਆਇਆ। ਨਾਨਕ ਧਨ 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 ਸੁਹਾਗਣ, ਜਿਨ ਪਿਰ ਰਾਵੇੜਾ ਸੱਚ ਸਵਰਾ। ਫਿਰ ਮੇਰੇ ਮਨ 'ਚ ਈਰਖਾ ਨਹੀਂ ਆਈ ਵੇਖ ਕੇ ਵੀ ਉਹਨਾਂ ਨਾਲ ਕਿਉਂ ਰੰਗਿਆ ਹੋਇਆ, ਮੇਰੇ ਵੱਲੇ ਕਿਉਂ ਨਹੀਂ ਆਇਆ? ਕਹਿੰਦੇ ਮੈਂ ਆਖਿਆ ਧਨ ਨੇ ਉਹ ਸੁਹਾਗਣਾ, ਧਨ ਨੇ ਉਹ ਰੱਬ ਦੇ ਪਿਆਰੇ ਜਿਨ੍ਹਾਂ ਵੱਲੋਂ ਆਇਆ ਹੋਇਆ, ਜਿਨ੍ਹਾਂ ਦੇ ਘਰੋਂ ਆਇਆ ਹੋਇਆ, ਉਹ ਧਨ ਨੇ, ਉਹ ਸੁਹਾਗਣਾ ਧਨ ਨੇ, ਉਹ ਰੱਬ ਦੇ ਪਿਆਰੇ ਧਨ ਨੇ, ਜਿਨ੍ਹਾਂ ਨੇ ਮੇਰੇ ਪਿਰ ਪਤੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਆਓ ਜਾਏ ਪੁੱਛਾ ਸੁਹਾਗ ਸੁਹਾਗਣ, ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ। ਕਹਿੰਦੇ ਮੈਂ ਤਾਂ ਹੁਣ ਉਹਨਾਂ ਸੁਹਾਗਣਾ ਨੂੰ ਜਾ ਕੇ ਪੁੱਛਾਂ ਵੀ ਤੁਸੀਂ ਦੱਸੋ ਕਿਹੜੇ ਤਰੀਕੇ ਨਾਲ ਪਾਇਆ ਰੱਬ ਨੂੰ? ਮੇਰੇ ਵੱਲ ਤਾਂ ਵੇਖਦਾ ਵੀ ਕੋਈ ਨਹੀਂ। ਤੁਸੀਂ ਕਿਵੇਂ ਪਾਇਆ? ਤੁਸੀਂ ਐਸਾ ਕੀ ਸ਼ਿੰਗਾਰ ਬਣਾਇਆ, ਕੀ ਕੀਤਾ? ਸ਼ਿੰਗਾਰ ਤਾਂ ਮੈਂ ਵੀ ਬੜੇ ਕੀਤੇ ਸਨ, ਪਰ ਉਹ ਨਹੀਂ ਆਇਆ। ਤੁਸੀਂ ਐਸਾ ਕੀ ਕੀਤਾ ਦੱਸੋ? ਮੈਂ ਸੁਹਾਗਣਾ ਨੂੰ ਜਾ ਕੇ ਪੁੱਛਾਂ, ਉਹਨਾਂ ਰੱਬ ਦੇ ਪਿਆਰਿਆਂ ਨੂੰ ਜਾ ਕੇ ਪੁੱਛਾਂ ਕਿ ਤੁਸੀਂ ਉਸ ਪਿਰ ਨੂੰ ਪ੍ਰਾਪਤ ਕਰ ਲਿਆ, ਤੁਸੀਂ ਐਸਾ ਕੀ ਕੀਤਾ? ਹਾਂਜੀ, ਮੈਂ ਉਪਰ ਨਦਰ ਕਰੇ ਪਿਰ ਸਚੈ, ਮੈਂ ਛੋੜਿਆੜਾ ਮੇਰਾ ਤੇਰਾ। ਫਿਰ ਉਹਨਾਂ ਨੇ ਦੱਸਿਆ, ਉਹ ਕਹਿੰਦੇ ਅਸੀਂ ਮੇਰਾ ਤੇਰਾ ਛੱਡਿਆ ਪਹਿਲਾਂ, ਮੇਰ ਤੇਰ ਦੀ ਬਿਰਤੀ ਵੀ ਆ ਮੈਂ ਕੀਤਾ, ਆ ਤੂੰ ਕੀਤਾ, ਆ ਮੇਰਾ, ਆ ਤੇਰਾ, ਕਹਿੰਦੇ ਅਸੀਂ ਛੱਡ ਦਿੱਤਾ। ਜਦੋਂ ਅਸੀਂ ਆਪਣੇ ਅੰਦਰੋਂ ਮੇਰ ਤੇਰ ਦੀ ਬਿਰਤੀ ਛੱਡ ਦਿੱਤੀ, ਫਿਰ ਉਸ ਸੁਆਮੀ ਨੇ ਸਾਡੇ ਤੇ ਨਜ਼ਰ ਕੀਤੀ ਤੇ ਉਹ ਆ ਗਿਆ। ਏਦਾਂ ਆਇਆ। ਅਸੀਂ ਪਹਿਲਾਂ ਮੇਰ ਤੇਰ ਛੱਡੀ ਹੈ। ਧਾਰਮਿਕ ਦ੍ਰਿਸ਼ਟੀ ਵਿੱਚ ਜਿੱਥੇ ਰੱਬ ਦੇ ਘਰ ਨੂੰ ਜਾ ਰਹੇ ਹਾਂ, ਉੱਥੇ ਮੇਰ ਤੇਰ ਨਹੀਂ ਹੈ ਵੀ ਇਹ ਮੇਰੇ ਨੇ, ਆ ਬਗਾਨੇ ਨੇ। ਮਹਾਰਾਜ ਜੀ ਕਹਿੰਦੇ ਅਸੀਂ ਪਹਿਲਾਂ ਮੇਰਾ ਤੇਰਾ ਛੱਡਿਆ, ਮੈਂ ਮੇਰੀ ਦੀ ਬਿਰਤੀ ਦਾ ਤਿਆਗ ਕੀਤਾ, ਤੇ ਫਿਰ ਸਾਡੇ ਤੇ ਸਾਡੇ ਸੁਆਮੀ ਨੇ ਫਿਰ ਨੇ ਆਪਣੀ ਨਜ਼ਰ ਕਰਕੇ ਵੇਖਿਆ। ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ, ਇਤ ਮਾਰਗ ਭੈਣੇ ਮਿਲਿਆ। ਆਪਣਾ ਮਨ ਤਨ ਆਪਣਾ ਜੀੜਾ ਆਪਣੇ ਸਾਹਿਬ ਦੇ ਚਰਨਾਂ 'ਚ ਅਰਪਣ ਕਰ ਦਿਓ। ਜਦੋਂ ਏਦਾਂ ਕਰੋਗੇ, ਹੇ ਭੈਣੇ ਇਸ ਰਸਤੇ ਤੇ ਚੱਲ ਕੇ ਤੈਨੂੰ ਰੱਬ ਮਿਲੇਗਾ। ਏਦਾਂ ਤੈਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਜਦੋਂ ਤੂੰ ਸਮਰਪਣ ਹੋ ਜਾਏਂਗੀ ਉਹਦੇ ਚਰਨਾਂ 'ਚ। ਜਦੋਂ ਆਪਣਾ ਮਨ ਤਨ ਸਭ ਉਸ ਮਾਲਕ ਦੇ ਚਰਨਾਂ 'ਚ ਅਰਪ ਦਿਓਗੇ,
ਇਸ ਰਾਹ ਤੇ ਚੱਲਿਆ ਤੁਹਾਨੂੰ ਪਰਮੇਸ਼ਰ ਦਾ ਸਰੂਪ ਪ੍ਰਾਪਤ ਹੋਵੇਗਾ। ਆਪ ਨੜਾ ਪ੍ਰਭ ਨਦਰ ਕਰ ਦੇਖੈ, ਨਾਨਕ ਜੋਤ ਜੋਤੀ ਰਲੀਐ। ਫਿਰ ਉਹ ਆਪਣਾ ਪ੍ਰਭੂ ਨਦਰ ਕਰਕੇ ਵੇਖੇਗਾ, ਕਿਰਪਾ ਭਰੀ ਦ੍ਰਿਸ਼ਟੀ ਕਰਕੇ ਵੇਖੇਗਾ। ਜਦੋਂ ਵੇਖੇਗਾ ਕਿਰਪਾ ਭਰੀ ਸਵੱਲੀ ਨਿਗਾਹ ਨਾਲ, ਤਾਂ ਸੱਜਣਾ ਤੇਰੀ ਜੋਤ ਉਸ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਵਿੱਚ ਮਿਲ ਕੇ ਇੱਕ ਮਿਕ ਹੋ ਜਾਏਗੀ। ਹਾਂਜੀ, ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ, ਤਿਸ ਮਨ ਤਨ ਆਪਣਾ ਦੇਵਾ। ਜਿਹੜਾ ਮੈਨੂੰ ਮੇਰੇ ਹਰੀ ਪ੍ਰਭੂ ਦਾ ਸੁਨੇਹਾ ਹੀ ਦੇ ਦੇਵੇ, ਬਸ ਦੱਸ ਦੇਵੇ, ਸੁਨੇਹਾ ਦੇ ਦੇਵੇ, ਉਹਦੀ ਦੱਸ ਪਾ ਦੇਵੇ, ਕਹਿੰਦੇ ਮੈਂ ਆਪਣਾ ਮਨ ਤਨ ਉਹਦੇ ਚਰਨਾਂ ਚ ਅਰਪਣ ਕਰ ਦਿਆਂ। ਜਿਹੜਾ ਸੁਨੇਹਾ ਦੇ ਦੇਵੇ ਮੇਰੇ ਹਰੀ ਪ੍ਰਭੂ ਦਾ, ਮੈਂ ਉਸ ਨੂੰ ਆਪਣਾ ਮਨ ਤਨ ਭੇਟ ਕਰ ਦਿਆਂ, ਮਨ ਤਨ ਅਰਪਣ ਕਰ ਦਿਆਂ। ਹਾਂਜੀ, ਨਿਤ ਪੱਖਾ ਫੇਰੇ ਸੇਵ ਕਮਾਵਾ, ਤਿਸ ਆਗੈ ਪਾਣੀ ਢੋਵਾ। ਇੱਥੇ ਹੀ ਬਸ ਨਹੀਂ, ਕਹਿੰਦੇ ਮੈਂ ਉਹਨੂੰ ਨਿਤ ਪੱਖਾ ਚੱਲਾਂ, ਉਹਦੇ ਘਰ ਵਿੱਚ ਜਾ ਕੇ ਨੌਕਰ ਬਣ ਕੇ ਪਾਣੀ ਢੋਵਾਂ, ਉਹਦੇ ਅੱਗੇ ਪੀਸਣੇ ਪੀਸ ਕਮਾਵਾਂ, ਉਹਦੀ ਸੇਵਾ ਵਿੱਚ ਤਤਪਰ ਹੋ ਜਾਵਾਂ। ਜਿਹੜਾ ਮੈਨੂੰ ਮੇਰੇ ਹਰੀ ਪ੍ਰਭੂ ਦਾ ਸੁਨੇਹਾ ਦੇ ਦੇਵੇ, ਦੱਸ ਪਾ ਦੇਵੇ ਵੀ ਕਿੱਥੇ ਹੈ, ਕਿਵੇਂ ਮਿਲੇਗਾ, ਦੱਸ ਹੀ ਦੇਵੇ ਬਸ। ਤੇ ਜਦੋਂ ਦੱਸ ਦੇਵੇ ਤੇ ਫਿਰ ਮੈਂ ਉਹਨੂੰ ਪੱਖਾ ਚੱਲਾਂ, ਆਪਣਾ ਮਨ ਤਨ ਉਹਨੂੰ ਅਰਪਣ ਕਰ ਦਿਆਂ ਔਰ ਉਹਦੇ ਅੱਗੇ ਪਾਣੀ ਢੋਵਾਂ। ਨਿਤ ਨਿਤ ਸੇਵ ਕਰੇ ਹਰ ਜਨ ਕੇ, ਜੋ ਹਰ ਹਰ ਕਥਾ ਸੁਣਾਏ। ਮੈਂ ਉਹਨਾਂ ਹਰੀ ਦੇ ਜਨਾਂ ਦੀ ਨਿਤ ਸੇਵਾ ਕਰਾਂ ਜਿਹੜੇ ਮੈਨੂੰ ਮੇਰੇ ਹਰੀ ਦੀ ਕਥਾ ਸੁਣਾਉਂਦੇ ਆ। ਮੇਰੇ ਹਰੀ ਦੀ ਕਥਾ ਸੁਣਾਉਣ ਵਾਲਿਆਂ ਨੂੰ ਮੈਂ ਆਪਣਾ ਮਨ ਅਰਪਣ ਕਰ ਦਿਆਂ। ਹਰੀ ਦੇ ਸੇਵਾ ਕਰਨ ਵਾਲਿਆਂ ਦੀ ਨਿਤ ਸੇਵਾ ਕਰਾਂ ਜਿਹੜੇ ਨਿਤ ਹਰੀ ਦੀ ਕਥਾ ਸੁਣਾਉਂਦੇ ਹਨ। ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪੁਜਾਏ। ਮੇਰਾ ਗੁਰੂ ਧੰਨ ਹੈ, ਮੇਰਾ ਗੁਰੂ ਧੰਨ ਹੈ, ਮੇਰੇ ਸਤਿਗੁਰੂ ਪੂਰੇ ਗੁਰੂ ਨਾਨਕ ਸਾਹਿਬ ਜੀ ਧੰਨ ਹਨ, ਜਿਨ੍ਹਾਂ ਨੇ ਮੇਰੇ ਮਨ ਦੀਆਂ ਆਸਾਂ ਪੂਰਨ ਕਰ ਦਿੱਤੀਆਂ। ਮੇਰਾ ਐਸਾ ਗੁਰੂ ਧੰਨ ਹੈ ਜਿਸ ਨੇ ਮੇਰੇ ਮਨ ਦੀਆਂ ਆਸਾਂ ਪੂਰਨ ਕਰ ਦਿੱਤੀਆਂ ਹਨ। ਗੁਰ ਸੱਜਣ ਮੇਰਾ ਮੇਲ ਹਰੇ, ਜਿਤ ਮਿਲ ਹਰ ਨਾਮ ਧਿਆਵਾ। ਏ ਹਰੀ ਜੀ, ਮੈਨੂੰ ਮੇਰਾ ਗੁਰੂ ਸੱਜਣ ਮਿਲ ਲੋ, ਮੇਰੇ ਗੁਰੂ ਸੱਜਣ ਨਾਲ ਮੇਰਾ ਮੇਲ ਕਰਾਓ, ਜਿਨ੍ਹਾਂ ਨਾਲ ਮਿਲ ਕੇ ਹਰ ਜੀ ਮੈਂ ਤੁਹਾਡਾ ਨਾਮ ਧਿਆਵਾਂ, ਤੁਹਾਡੇ ਨਾਮ ਦਾ ਜਾਪ ਜਪਾਂ, ਤੁਹਾਡੇ ਨਾਮ ਦੀ ਆਰਾਧਨਾ ਕਰਾਂ। ਐਸੇ ਸਤਿਗੁਰੂ ਜੀ ਦੇ ਨਾਲ, ਐਸੇ ਗੁਰੂ ਸੱਜਣ ਦੇ ਨਾਲ ਮੇਰਾ ਮੇਲ ਕਰਾਓ। ਔਰ ਸਤਿਗੁਰ ਪਾਸੋ ਹਰ ਗੋਸ਼ਟ ਪੁੱਛਾਂ, ਕਰ ਸਾਂਝੇ ਹਰ ਗੁਣ ਗਾਵਾਂ। ਔਰ ਗੁਰੂ ਸਤਿਗੁਰਾਂ ਪਾਸੋਂ ਜਾ ਕੇ ਮੈਂ ਹਰੀ ਦੀ ਗੋਸ਼ਟ ਪੁੱਛਾਂ, ਹਰੀ ਬਾਰੇ ਪੁੱਛਾਂ, ਤੇ ਗੁਰੂ ਨਾਲ ਸਾਂਝ ਪਾ ਕੇ ਫਿਰ ਹਰੀ ਦੇ ਗੁਣ ਗਾਵਾਂ। ਗੁਰੂ ਨਾਲ ਸਾਂਝ ਕਿਵੇਂ ਪੈਂਦੀ ਹੈ ਸਿੱਖ ਦੀ? ਜਦੋਂ ਸਿੱਖ ਗੁਰੂ ਨੂੰ ਆਪਣੀ ਸ਼ਰਧਾ ਅਰਪਣ ਕਰਦਾ ਹੈ, ਭਰੋਸਾ ਅਰਪਣ ਕਰਦਾ ਹੈ, ਤਾਂ ਬਦਲੇ 'ਚ ਗੁਰੂ ਸਾਹਿਬ ਸਿੱਖ ਨਾਲ ਸਾਂਝ ਬਣਾ ਲੈਂਦੇ ਆ। ਏਦਾਂ ਗੁਰੂ ਨਾਲ ਸਾਂਝ ਪਾ ਕੇ ਮੈਂ ਹਰੀ ਦੇ ਗੁਣ ਗਾਵਾਂ, ਹਰੀ ਦੀ ਗੋਸ਼ਟ ਗੁਰੂ ਨੂੰ ਪੁੱਛਾਂ, ਸਤਿਗੁਰਾਂ ਨੂੰ। ਸਾਨੂੰ ਕੀ ਪਤਾ ਸੀ ਰੱਬ ਬਾਰੇ, ਪਰਮੇਸ਼ਰ ਬਾਰੇ? ਇਹ ਤਾਂ ਗੁਰਬਾਣੀ ਨੇ ਦੱਸਿਆ ਸਾਨੂੰ। ਸਾਨੂੰ ਕੀ ਪਤਾ ਸੀ ਸਾਡੇ ਜੀਵਨ ਅਸੀਂ ਕਿਵੇਂ ਜਿਉਣੇ ਆ? ਤਾਂ ਸਤਿਗੁਰੂ ਜੀ ਨੇ ਬਾਣੀ ਦੁਆਰਾ ਸਾਨੂੰ ਦੱਸਿਆ। ਤੂੰ ਆਪਣੇ ਐਸੇ ਗੁਰੂ ਨੂੰ ਗੋਸ਼ਟ ਪੁੱਛਾਂ ਹਰੀ ਦੀ, ਔਰ ਗੁਰੂ ਨਾਲ ਸਾਂਝ ਪਾ ਕੇ ਮੈਂ ਹਰੀ ਦੇ ਗੁਣ ਗਾਵਾਂ। ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੈ ਨਾਮ ਸੁਣ ਤੇਰਾ। ਮੈਂ ਨਿਤ ਨਿਤ ਸਦਾ ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਵਾਂ,
ਮੇਰਾ ਤਾਂ ਮਨ ਜੀਵਦਾ ਹੀ ਤਾਂ ਹੈ ਸੁਆਮੀ ਜੀ ਜਦੋਂ ਮੈਂ ਤੁਹਾਡੇ ਅੰਮ੍ਰਿਤ ਨਾਮ ਨੂੰ ਸੁਣਦਾ ਹਾਂ। ਵਾਹਿਗੁਰੂ ਵਾਹਿਗੁਰੂ। ਮਨ ਜੀਵੈ ਨਾਮ ਸੁਣ ਤੇਰਾ। ਮਹਾਰਾਜ ਮੇਰਾ ਮਨ ਜਿਉਂਦਾ ਹੀ ਤਾਂ ਹੈ ਜਦੋਂ ਮੈਂ ਆਪ ਜੀ ਦਾ ਨਾਮ ਸੁਣਦਾ। ਮੇਰੀ ਕਾਂਖਾ ਹੈ ਮੈਂ ਨਿਤ ਤੁਹਾਡੇ ਗੁਣ ਗਾਵਾਂ, ਸਦਾ ਹੀ ਹਰੀ ਜੀ ਤੁਹਾਡੇ ਗੁਣ ਗਾਵਾਂ। ਮੇਰਾ ਇਹ ਮਨ ਜੀਵਦਾ ਹੈ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਜਪ ਕੇ ਸੁਣ ਸੁਣ ਕੇ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲਾ ਮਰ ਜਾਏ ਜਿਉ ਮੇਰਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਫਰਮਾਨ ਕਰਦੇ ਨੇ, ਜਿਸ ਵੇਲੇ ਮੇਰਾ ਸੁਆਮੀ ਮੇਰੇ ਹਿਰਦੇ ਚੋਂ ਵਿਸਰੇ ਮਹਾਰਾਜ ਤਿਤ ਵੇਲੇ ਉਸੇ ਵੇਲੇ ਮੇਰਾ ਜਿਹੜਾ ਮਰ ਜਾਏ, ਤਿਤ ਵੇਲੇ ਮਰ ਜਾਏ ਜਿਉ ਮੇਰਾ। ਉਸੇ ਵੇਲੇ ਉਸੇ ਵਕਤ। ਵਾਹਿਗੁਰੂ ਮਹਾਰਾਜ ਜਦੋਂ ਵਿਸਰੇ ਉਦੋਂ ਮੇਰਾ ਹਿਰਦਾ ਮਰ ਹੀ ਜਾਂਦੇ ਨੇ। ਹਿਰਦੇ ਜਿਨ੍ਹਾਂ ਨੂੰ ਰੱਬ ਵਿਸਰਿਆ ਨਾ ਉਹਨਾਂ ਦੇ ਹਿਰਦੇ ਮਰੇ ਹੋਏ ਨੇ। ਉਹਨਾਂ ਅੰਦਰ ਕਿਸੇ ਦਾ ਦੁੱਖ ਵੇਖ ਕੇ ਦੁੱਖ ਨਹੀਂ ਆਉਂਦਾ। ਕਿਸੇ ਨੂੰ ਦੁਖੀ ਵੇਖ ਕੇ ਅਗਰ ਤੁਹਾਡਾ ਹਿਰਦਾ ਦੁਖੀ ਹੁੰਦਾ ਹੈ ਤਾਂ ਸਮਝ ਲਓ ਪਰਮਾਤਮਾ ਨੇ ਤੁਹਾਨੂੰ ਇਨਸਾਨ ਬਣਾ ਕੇ ਗਲਤੀ ਨਹੀਂ ਕੀਤੀ। ਤੇ ਜੇ ਕਿਸੇ ਨੂੰ ਵੇਖ ਕੇ ਦੁਖੀ ਨੂੰ ਵੇਖ ਕੇ ਹਿਰਦੇ 'ਚ ਦਇਆ ਨਹੀਂ ਆਈ, ਤਰਸ ਨਹੀਂ ਆਇਆ ਤਾਂ ਸਮਝ ਲਓ ਹਿਰਦਾ ਮਰਿਆ ਹੋਇਆ। ਮਰੇ ਹੋਏ ਹਿਰਦੇ ਕਿਹਨਾਂ ਦੇ ਨੇ? ਜਿਨ੍ਹਾਂ ਦੇ ਹਿਰਦਿਆਂ 'ਚ ਰੱਬ ਵਿਸਰਿਆ ਹੋਇਆ। ਹਾਂਜੀ। ਹਰ ਵੇਖਣ ਕੋ ਸਭ ਕੋਈ ਲੋਚੈ, ਸੋ ਵੇਖੈ ਜਿਸ ਆਪ ਵਿਖਾਲੇ। ਹਰੀ ਨੂੰ ਵੇਖਣ ਲਈ ਸਾਰੀ ਦੁਨੀਆ ਲੋਚਦੀ ਹੈ। ਸਾਰੇ ਕਹਿੰਦੇ ਰੱਬ ਵੇਖਣਾ ਰੱਬ ਵੇਖਣਾ, ਪਰ ਵੇਖਦਾ ਕੌਣ ਹੈ? ਜਿਹਨੂੰ ਵਿਖਾਲੇ ਉਹ ਆਪਣਾ ਆਪ। ਵੇਖਦਾ ਉਹੀ ਹੈ ਜਿਸ ਨੂੰ ਉਹ ਸਾਹਿਬ ਆਪਣਾ ਆਪ ਵਿਖਾਲਦਾ ਹੈ। ਜਿਸਨੋ ਨਦਰ ਕਰੇ ਮੇਰਾ ਪਿਆਰਾ, ਸੋ ਹਰ ਹਰ ਸਦਾ ਸੰਭਾਲੇ। ਜਿਨ੍ਹਾਂ ਤੇ ਮੇਰਾ ਪਿਆਰਾ ਆਪਣੀ ਨਦਰ ਕਰਦਾ ਹੈ ਉਹੀ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਸੰਭਾਲਦੇ ਹਨ। ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ। ਉਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਮੈਂ ਸਦਾ ਹੀ ਸੰਭਾਲਦਾ ਹਾਂ, ਸਦਾ ਹੀ। ਜਿਸ ਸਤਿਗੁਰ ਪੂਰਾ ਮੇਰਾ ਮਿਲਿਆ, ਸੰਭਾਲਦਾ ਉਹੀ ਆ ਹਰੀ ਦੇ ਅੰਮ੍ਰਿਤ ਨਾਮ ਨੂੰ ਜਿਹਨੂੰ ਪੂਰੇ ਸਤਿਗੁਰਾਂ ਦਾ ਮੇਲ ਪ੍ਰਾਪਤ ਹੋਇਆ, ਜਿਹਨੂੰ ਪੂਰੇ ਸਤਿਗੁਰੂ ਜੀ ਮਿਲੇ ਹਨ। ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇ ਤੇ ਰਲਿਆ। ਧੰਨ ਗੁਰੂ ਰਾਮਦਾਸ ਜੀ ਫਰਮਾਉਂਦੇ, ਹਰੀ ਦੇ ਜਨ ਹਰੀ ਨਾਲ ਮਿਲ ਕੇ ਹਰੀ ਦਾ ਰੂਪ ਹੋ ਗਏ ਨੇ। ਹਰੀ ਨੂੰ ਜਪ ਜਪ ਕੇ ਹਰੀ ਵਿੱਚ ਹੀ ਰਲ ਗਏ ਨੇ, ਹਰੀ ਵਿੱਚ ਹੀ ਅਭੇਦ ਹੋ ਗਏ ਨੇ। ਐਸੇ ਅਭੇਦ ਹੋਏ ਤੇ ਆਖਿਆ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇਰੇ ਵਿੱਚ ਤੇ ਮੇਰੇ 'ਚ ਕੋਈ ਅੰਤਰਾ, ਕੋਈ ਫਰਕ ਨਹੀਂ ਹੈ। ਹਰੀ ਨੂੰ ਜਪ ਕੇ ਹਰੀ ਦੇ ਵਿੱਚ ਹੀ ਰਲ ਗਏ, ਉਸੇ ਵਿੱਚ ਹੀ ਅਭੇਦ ਹੋ ਗਏ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਦੇ ਰਾਗ ਵਡਹੰਸ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਆਪਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰੇ ਹਨ। ਗੁਰਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਕੱਲ ਪੰਚਮੀ ਦੇ ਜੋੜ ਮੇਲੇ ਹਨ, ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।